ਸਤਿਕਾਰਯੋਗ ਸਾਧ ਸੰਗਤ ਜੀ, ਧਰਮ ਇੱਕ ਜੀਵਨ ਜਾਚ ਹੈ। ਧਰਮ ਮਨੁੱਖ ਨੂੰ ਸੁਖੀ ਰੱਖਣ ਦੇ ਤਰੀਕੇ ਦੱਸਦਾ ਹੈ। ਜਿਹੜਾ ਧਰਮ ਮਨੁੱਖ ਨੂੰ ਜੀਵਨ ਜਾਚ ਨਹੀਂ ਸਿਖਾਉਂਦਾ, ਸੁਖੀ ਰਹਿਣ ਦੇ ਤਰੀਕੇ ਨਹੀਂ ਦੱਸਦਾ, ਉਸ ਧਰਮ ਦੇ ਨਿਯਮਾਂ ਦੇ ਵਿੱਚ ਕਮੀ ਹੈ ਜਾਂ ਉਹਦੇ ਦੱਸਣ ਵਾਲਿਆਂ ਦੇ ਵਿੱਚ ਕੋਈ ਕਮੀ ਹੈ, ਜਿਹੜਾ ਮਨੁੱਖ ਨੂੰ ਸੁਖੀ ਰਹਿਣ ਦੇ ਤਰੀਕੇ ਨਹੀਂ ਦੱਸ। ਇਸ ਕਰਕੇ ਆਪਾਂ ਨੂੰ ਧਰਮ ਧਾਰਨ ਕਰਨ ਦਾ ਮਤਲਬ ਹੀ ਇਹ ਹੈਗਾ ਕਿ ਸਾਡਾ ਜੀਵਨ ਸੁਖੀ ਹੋਵੇ। ਜੇ ਆਪਾਂ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਾਂ ਤਾਂ ਧਾਰਮਿਕ ਦਾ ਮਤਲਬ ਹੀ ਹੈਗਾ ਕਿ ਸਾਡਾ ਜੀਵਨ ਸੁਖੀ ਹੋਵੇ, ਅਸੀਂ ਆਪ ਵੀ ਸੁਖੀ ਹੋਈਏ ਅਤੇ ਸਮਾਜ ਵੀ ਸੁਖੀ ਰਵੇ। ਜੇ ਇਹ ਕੁਛ ਨਹੀਂ ਹੁੰਦਾ ਤਾਂ ਇਹਦਾ ਮਤਲਬ ਜਾਂ ਤਾਂ ਅਸਾਂ ਨਹੀਂ ਮੰਨਿਆ ਧਰਮ ਦੀ ਸਿੱਖਿਆ ਨੂੰ, ਅਤੇ ਜਾਂ ਧਰਮ ਨੇ ਸਾਨੂੰ, ਧਰਮ ਦੇ ਪ੍ਰਚਾਰਕਾਂ ਨੇ ਸਾਨੂੰ ਸਿਖਾਇਆ ਨਹੀਂ। ਜੇ ਮੇਰੀ ਗੱਲ ਤੇ ਆਪ ਜੀ ਨੂੰ ਕੁਛ ਸ਼ੱਕ ਹੋਵੇ ਤਾਂ ਗੁਰਬਾਣੀ ਵਿੱਚ ਜਿਹੜਾ ਗੁਰੂ ਜੀ ਨੇ ਥਾਂ ਥਾਂ ਤੇ ਸਾਨੂੰ ਸਿੱਖਿਆ ਦਿੱਤੀ ਹੈ, ਅਤੇ ਗੁਰੂ ਦੀ ਸੋਭਾ ਦੇ ਵਿੱਚ ਲਿਖਿਆ ਕਿ ਕਾਲ ਕਲੇਸ਼ ਮਿਟਾਏ ਸਤਿਗੁਰ। ਕਲੇਸ਼ ਮਿਟਾਉਣ ਦੀ ਫਿਰ ਕੀ ਲੋੜ ਹੈ? ਜੇ ਸੁਖੀ ਨਹੀਂ ਕਰਨਾ ਤੁਹਾਨੂੰ ਤਾਂ ਫਿਰ ਕਲੇਸ਼ ਮਿਟਾਉਣ ਦੀ ਕੀ ਲੋੜ ਹੈ? ਦੁਖੀ ਰਹੀ ਜਾਓ ਨਾ। ਨਹੀਂ, ਫਿਰ ਇਹ ਵੀ ਲਿਖਿਆ ਕਿ ਗੁਰੂ ਐਸਾ ਸ਼ਾਹ ਹੈ, ਭਾਵ ਐਸਾ ਦੁਕਾਨਦਾਰ ਹੈ ਜਿਹੜਾ ਔਗਣ ਲੈਂਦਾ ਤੇ ਗੁਣ ਦਿੰਦਾ। ਅਵਗਣ ਵਿਕਣਾ ਗੁਣ ਰਵਾ ਬਲਰਾਮ ਜੀ। ਸਤਿਗੁਰ ਸੱਚਾ ਸਾਹੋ ਹੈ। ਫਿਰ ਕੀ ਕਰਦਾ? ਸਤਿਗੁਰੂ ਸਿੱਖਿਆ ਦਿੰਦਾ। ਸੋ ਸੱਜਣੋ, ਇਸ ਕਰਕੇ ਧਰਮ ਦੀ ਗੱਲ ਕੇਵਲ ਪਰਮਾਰਥ ਦੀ ਗੱਲ ਨਹੀਂ। ਧਰਮ ਦੀ ਗੱਲ ਪਹਿਲੋਂ ਜੀਵਨ ਸੁਖੀ ਕਰਨ ਦੀ ਗੱਲ ਹੈ, ਉਸ ਤੋਂ ਬਾਅਦ ਪਰਮਾਰਥ ਦੀ ਗੱਲ ਹੈ। ਕਈਆਂ ਸੱਜਣਾਂ ਨੂੰ ਮੇਰੇ ਭਾਸ਼ਣ ਸੁਣ ਕੇ ਉਹਨਾਂ ਨੂੰ ਹੁੰਦਾ ਜੀ ਤੁਸੀਂ ਕੋਈ ਰੂਹਾਨੀਅਤ ਦੀ ਗੱਲ ਕਰੋ, ਪਰਮਾਰਥ ਦੀ ਗੱਲ, ਅਗਲੀਆਂ ਗੱਲਾਂ ਕਰੋ, ਮੁਕਤੀ ਦੀਆਂ ਗੱਲਾਂ ਕਰੋ। ਮੈਂ ਉਹਨਾਂ ਸਾਰੇ ਸੱਜਣਾਂ ਨੂੰ ਬਹੁਤ ਸਪਸ਼ਟ ਕਰ ਦੇਵਾਂ ਕਿ ਜਿਹਦੇ ਪਰਿਵਾਰ ਦੇ ਵਿੱਚ ਕਲੇਸ਼ ਪਿਆ ਹੋਵੇ, ਨੂੰਹ ਪੁੱਤਰ ਲੜੀ ਜਾਂਦੇ ਹੋਣ, ਜਾਂ ਧੀ ਘਰ ਆ ਕੇ ਬੈਠੀ ਹੋਵੇ, ਨੂੰਹ ਦਾ ਜਾਂ ਧੀ ਦਾ ਤਲਾਕ ਚੱਲਦਾ ਹੋਵੇ, ਉਹਦੀ ਬਿਰਤੀ ਕਿਵੇਂ ਟਿਕੇਗੀ? ਉਹ ਸਮਝਾ ਦੇਣ ਮੈਨੂੰ ਕਿ ਫਿਰ ਮੈਂ ਅਗਾਂਹ ਦੀਆਂ ਦੂਸਰੀਆਂ ਪਰਮਾਰਥ ਦੀਆਂ ਤੇ ਮੁਕਤੀ ਦੀਆਂ ਗੱਲਾਂ ਫਿਰ ਮੈਂ ਦੱਸੀ ਜਾਵਾਂਗਾ, ਜਿੰਨੀਆਂ ਮਰਜ਼ੀ ਸੁਣ ਲਿਓ ਜੀ। ਤੇ ਜੇ ਤੁਹਾਡੇ ਘਰ ਦਾ ਕਲੇਸ਼ ਹੀ ਨਹੀਂ ਮਿਟਦਾ ਤਾਂ ਤੁਹਾਡੀ ਬਿਰਤੀ ਨਹੀਂ ਟਿਕ ਸਕਦੀ। ਬਿਰਤੀ ਨਹੀਂ ਟਿਕ ਸਕਦੀ ਤਾਂ ਤੁਹਾਨੂੰ ਪਰਮਾਰਥ ਦੀ ਗੱਲ ਸਮਝ ਹੀ ਨਹੀਂ ਆ ਸਕਦੀ। ਮੰਨਣੀ ਤਾਂ ਅਗਲੀ ਗੱਲ, ਸਮਝ ਹੀ ਨਹੀਂ ਆ ਸਕਦੀ। ਇਸ ਕਰਕੇ ਜੇ ਆਪਾਂ ਇਸ ਲੋਕ ਵਿੱਚ ਸੁਖੀ ਨਹੀਂ ਹੈਗੇ ਤਾਂ ਫਿਰ ਅਗਲੇ ਲੋਕ ਵਿੱਚ ਆਪਾਂ ਕਿੰਨਾ ਸੁਖੀ ਹੋਵਾਂਗੇ? ਇਹ ਤਾਂ ਗੱਲ ਵਿਚਾਰਨ ਵਾਲੀ ਹੈ। ਇਸ ਲੋਕ 'ਚ ਤਾਂ ਸਾਡਾ ਕਲੇਸ਼ ਮੁੱਕਿਆ ਨਹੀਂ, ਦੁੱਖ ਮੁੱਕੇ ਨਹੀਂ, ਨਿਮਰਤਾ ਨਹੀਂ ਆਈ। ਕਿਉਂਕਿ ਸਾਨੂੰ ਦੁੱਖ ਕਿਉਂ ਹੁੰਦੇ ਨੇ ਇਹ ਵੀ ਸਮਝਣ ਦੀ ਲੋੜ ਹੈ। ਸਾਨੂੰ ਦੁੱਖ ਕਿਉਂ ਹੁੰਦੇ ਨੇ? ਇਸ ਲੋਕ ਵਿੱਚ ਸਾਨੂੰ ਬਹੁਤ ਸਾਰੇ ਦੁੱਖ ਤਾਂ ਆਪੇ ਛੇੜੇ ਹੁੰਦੇ ਨੇ, ਕਿਉਂਕਿ ਆਪਾਂ ਗੁਰੂ ਕਾ ਬਚਨ ਨਹੀਂ ਮੰਨਦੇ, ਵਿਚਾਰਵਾਨ ਨਹੀਂ ਬਣਦੇ, ਸਾਡੇ ਵਿੱਚ ਨਿਮਰਤਾ ਨਹੀਂ ਆਉਂਦੀ, ਭੈੜਾ ਬੋਲਦੇ ਆ, ਮਾਰਦੇ ਕੁੱਟਦੇ ਆ, ਕਿਸੇ ਦੂਸਰੇ ਦੀ ਗੱਲ ਨਹੀਂ ਸੁਣਨ ਨੂੰ ਤਿਆਰ। ਇਸ ਕਰਕੇ ਦੁੱਖ ਹੁੰਦੇ ਨੇ। ਅਤੇ ਇਸ ਕਰਕੇ ਵੀ ਸਾਨੂੰ ਦੁੱਖ ਹੁੰਦੇ ਨੇ ਕਿ ਅਸੀਂ ਪ੍ਰਕਿਰਤੀ ਦੇ ਨਿਯਮਾਂ ਨੂੰ ਪ੍ਰਵਾਨ ਨਹੀਂ ਕਰਦੇ, ਕਿ ਇਹ ਪ੍ਰਕਿਰਤੀ ਦੇ ਨਿਯਮ ਨੇ। ਇਸ ਕਰਕੇ ਵੀ ਸਾਨੂੰ ਦੁੱਖ ਹੁੰਦੇ ਨੇ। ਤੇ ਜੇ ਅਸੀਂ ਇਹ ਹੀ ਨਹੀਂ ਪ੍ਰਵਾਨ ਕਰਾਂਗੇ, ਮਾੜੀਆਂ ਆਦਤਾਂ ਨਹੀਂ ਛੱਡਾਂਗੇ, ਤਾਂ ਫਿਰ ਪਰਮਾਰਥ ਦੀ ਗੱਲ ਸਾਨੂੰ ਸਮਝ ਕਿੱਥੋਂ ਆਏਗੀ? ਉਹਨੂੰ ਮੰਨਾਂਗੇ ਕਿਵੇਂ? ਅਤੇ ਅੱਗੇ ਜਾ ਕੇ ਸੁੱਖ ਕਿਵੇਂ ਹੋਏਗਾ? ਇਸ ਕਰਕੇ ਜੇ ਅਗਲੇ ਲੋਕ ਵਿੱਚ ਸੁਖੀ ਹੋਣਾ, ਦਰਗਾਹ ਵਿੱਚ ਸੁੱਖ ਲੈਣਾ, ਤਾਂ ਇਸ ਲੋਕ ਵਿੱਚ ਸੁਖੀ ਹੋਣ ਦੇ ਪਹਿਲੋਂ ਜਾਚ ਸਿੱਖੋ। ਪਹਿਲੋਂ ਇੱਥੇ ਜਾਚ ਆਵੇਗੀ ਸੁਖੀ ਹੋਣ ਦੀ, ਤਾਂ ਹੀ ਅਗਲੇ ਲੋਕ ਵਾਸਤੇ ਤਿਆਰੀ ਹੋ ਸਕੇਗੀ, ਨਹੀਂ ਤੇ ਨਹੀਂ ਹੋਵੇਗੀ। ਜੇ ਮੇਰੀ ਗੱਲ ਤੇ ਸ਼ੱਕ ਹੈ ਕਿਸੇ ਨੂੰ ਤਾਂ ਉਹ ਮੈਨੂੰ ਤਰਕ ਦੇ ਕੇ ਦਲੀਲ ਨਾਲ ਸਮਝਾ ਦੇਵੇ, ਮੈਂ ਆਪਣੇ ਵਿਚਾਰ ਬਦਲਣ ਨੂੰ ਤਿਆਰ ਹਾਂ। ਮੈਂ ਫੇਰ ਸਪਸ਼ਟ ਕਰਦਾ ਕਿ ਜਿਹੜਾ ਮਨੁੱਖ ਇੱਥੇ ਹਰ ਵੇਲੇ ਕਿਸੇ ਦੂਸਰੇ ਨੂੰ ਗਾਲਾਂ ਕੱਢੀ ਜਾਂਦਾ, ਹਰ ਵੇਲੇ ਕਿਸੇ ਨੂੰ ਮਾਰੀ ਕੁੱਟੀ ਜਾਂਦਾ, ਚੋਰੀ ਕਰਦਾ, ਡਾਕੇ ਮਾਰਦਾ, ਜਾਂ ਹੋਰ ਮਾੜੇ ਕਰਮ ਕਰਦਾ, ਪਿੰਡ 'ਚ ਸਾਰਿਆਂ ਨੂੰ ਵਕਤ ਪਾ ਕੇ ਰੱਖਿਆ, ਲੋਕਾਂ ਨੂੰ ਲੜਾਈ ਜਾਂਦਾ, ਐਸੇ ਕਰਮ ਜਿਹੜਾ ਮਨੁੱਖ ਕਰਦਾ, ਉਹ ਮਨੁੱਖ ਜੇ ਆਪਣੇ ਬੁਰੇ ਕਰਮ ਨਹੀਂ ਛੱਡਦਾ, ਉਹਦੇ ਅੰਦਰ ਨਿਮਰਤਾ ਨਹੀਂ ਆਉਂਦੀ, ਤਾਂ ਉਹਦੇ ਅੰਦਰ ਫਿਰ ਗੁਰੂ ਦਾ ਵਾਸਾ ਕਿਵੇਂ ਹੋਵੇਗਾ? ਉਹਦੇ ਅੰਦਰੋਂ ਜੇ ਕਲੇਸ਼ ਨਹੀਂ ਮਿਟਦਾ, ਫਿਰ ਗੁਰੂ ਦੇ ਚਰਨੀ ਲੱਗਣ ਦਾ ਲਾਭ ਕੀ ਹੈ? ਤੇ ਉਹਦੀ ਬਿਰਤੀ ਕਿਵੇਂ ਟਿਕੇਗੀ? ਜੇ ਉਹਦੇ ਅੰਦਰ ਹਰ ਵੇਲੇ ਨਫ਼ਰਤ ਹੀ ਰਹਿੰਦੀ ਹੈ, ਸਾੜਾ ਹੀ ਰਹਿੰਦਾ ਹੈ, ਤਾਂ ਬਿਰਤੀ ਕਿਵੇਂ ਟਿਕੇਗੀ? ਦੇਖੋ, ਇੱਕ ਦੁੱਖ ਸਾਨੂੰ ਉਹ ਵੀ ਹੈਗੇ ਨੇ ਜਿਹੜੇ ਕੋਈ ਉਪਰੇ ਦਿੰਦੇ ਨੇ, ਸਾਨੂੰ ਬਗਾਨੇ ਧੱਕੇ ਨਾਲ ਤੰਗ ਕਰੀ ਜਾਂਦੇ ਨੇ, ਉਹ ਦੁੱਖ ਵੱਖਰੇ ਨੇ। ਪਰ ਜਿਹੜੇ ਬਹੁਤ ਸਾਰੇ ਦੁੱਖ ਅਸੀਂ ਮਾਨਸਿਕ ਰੂਪ ਦੇ ਵਿੱਚ ਆਪੇ ਹੀ ਛੇੜੇ ਹੋਏ ਨੇ, ਮਾਨਸਿਕ ਦੁੱਖ ਸਾਨੂੰ ਕਿਹੜੇ ਹੈਗੇ ਨੇ? ਹਾਂ, ਇਹ ਕਿਉਂ ਹੋ ਗਿਆ,
ਮੇਰੀ ਇੱਛਾ ਦੇ ਵਿਰੁੱਧ ਕਿਉਂ ਹੋ ਗਿਆ, ਇਹਨਾਂ ਗੱਲਾਂ ਨੂੰ ਲੈ ਕੇ ਇਸ ਸੋਚ ਕਰਕੇ ਕਿ ਇਹ ਮੇਰੀ ਇੱਛਾ ਦੇ ਵਿਰੁੱਧ ਹੋ ਗਿਆ, ਸਾਨੂੰ ਬੜੀ ਤਕਲੀਫ ਹੁੰਦੀ ਹੈ। ਬਹੁਤ ਸਾਰੇ ਦੁੱਖ ਅਸੀਂ ਆਪਣੇ ਸਰੀਰ ਨੂੰ, ਆਪਣੇ ਮਨ ਨੂੰ, ਤਨ ਨੂੰ ਲਾ ਲੈਨੇ ਆ। ਉਹਨਾਂ ਦੁੱਖਾਂ ਤੋਂ ਫਿਰ ਭਿਆਨਕ ਰੋਗ ਲੱਗ ਜਾਂਦੇ ਨੇ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪ੍ਰਕਿਰਤੀ ਦੇ ਨਿਯਮ ਪ੍ਰਵਾਨ ਕਰਨ ਦੀ ਲੋੜ ਹੈ, ਜਿਹਨੂੰ ਕਿ ਭਾਣਾ ਕਿਹਾ ਗਿਆ, ਅਤੇ ਆਪਾਂ ਨੂੰ ਆਪਣੇ ਆਪ ਨੂੰ ਚੰਗੀਆਂ ਆਦਤਾਂ ਪਾਉਣ ਦੀ ਲੋੜ ਹੈ। ਹੁਣ ਜੇ ਆਪਾਂ ਥਾਂ ਥਾਂ ਤੇ ਪੀਜੇ, ਬਰਗਰ, ਗੁਲਾਬ ਜਾਮਣ, ਸਮੋਸੇ, ਪਕੌੜੇ ਹਰ ਵੇਲੇ ਖਾਈ ਜਾਵਾਂਗੇ ਤਾਂ ਫਿਰ ਆਪਣੀ ਸਿਹਤ ਠੀਕ ਨਹੀਂ ਰਹਿ ਸਕਦੀ, ਇਹ ਪੱਕੀ ਗੱਲ ਹੈ। ਜੇ ਸਿਹਤ ਨਹੀਂ ਠੀਕ ਹੋਵੇਗੀ ਤਾਂ ਫਿਰ ਤੁਹਾਡੀ ਸਮਾਧੀ ਕਿਵੇਂ ਲੱਗੇਗੀ? ਕਦੀ ਟੱਟੀਆਂ ਲੱਗ ਗਈਆਂ, ਕਦੀ ਢਿੱਡ ਪੀੜ ਹੋ ਗਈ, ਕਦੀ ਬੁਖਾਰ ਹੋ ਗਿਆ, ਕਦੀ ਬਲਗਮ ਹੋ ਗਈ, ਕਦੀ ਕੁਛ ਹੋ ਗਿਆ, ਸਮਾਧੀ ਕਿਵੇਂ ਲੱਗੇਗੀ? ਇਸੇ ਤਰ੍ਹਾਂ ਜੇ ਆਪਾਂ ਈਰਖਾ ਕਰੀ ਜਾਵਾਂਗੇ, ਗੁਆਂਢੀਆਂ ਦੇ ਮਕਾਨ ਕਿਉਂ ਵਧੀਆ ਹੋ ਗਿਆ, ਫੈਕਟਰੀ ਕਿਉਂ ਚੰਗੀ ਚੱਲ ਪਈ, ਇਹੋ ਜਿਹਾ ਕੁਛ ਜੇ ਆਪਾਂ ਕਰੀ ਜਾਵਾਂਗੇ ਤਾਂ ਫਿਰ ਆਪਾਂ ਸੁਖੀ ਕਿਵੇਂ ਹੋਵਾਂਗੇ? ਜੇ ਮਨ ਸੁਖੀ ਨਹੀਂ ਹੋਵੇਗਾ ਤਾਂ ਤਨ ਨਹੀਂ ਸੁਖੀ ਹੋ ਸਕਦਾ। ਜੇ ਮਨ ਤੇ ਤਨ ਦੋਵੇਂ ਸੁਖੀ ਨਹੀਂ ਹੋਣਗੇ ਤਾਂ ਸਾਡੀ ਬਿਰਤੀ ਨਹੀਂ ਟਿਕ ਸਕਦੀ। ਜੇ ਬਿਰਤੀ ਨਹੀਂ ਟਿਕ ਸਕਦੀ, ਧਿਆਨ ਨਹੀਂ ਟਿਕੇਗਾ। ਜੇ ਧਿਆਨ ਨਹੀਂ ਲੱਗੇਗਾ ਤਾਂ ਫਿਰ ਸਾਡੀਆਂ ਮਨੋਕਾਮਨਾਵਾਂ ਵੀ ਪੂਰੀਆਂ ਨਹੀਂ ਹੋਣਗੀਆਂ, ਅਤੇ ਫਿਰ ਸਾਡੇ ਅਗਲੇ ਲੋਕ ਦੇ ਰਸਤੇ ਖੁੱਲਣੇ ਵੀ ਔਖੇ ਨੇ, ਉਥੋਂ ਦੇ ਦਰਵਾਜ਼ੇ ਖੁੱਲਣੇ ਔਖੇ ਨੇ। ਸਤਿਗੁਰ ਕੀ ਮੂਰਤ ਹਿਰਦੇ ਬਸਾਏ। ਤੁਸੀਂ ਦੱਸੋ ਕਿ ਜਦੋਂ ਆਪਾਂ ਕਿਸੇ ਨਾਲ ਲੜ ਕੇ ਆਏ ਹੋਈਏ, ਕਿਸੇ ਦੇ ਪੈਸੇ ਦੇਣੇ ਨੇ, ਕਿਸੇ ਦੇ ਲੈਣੇ ਨੇ, ਕੋਈ ਵੀ ਇਹੋ ਜਿਹਾ ਕੁਝ ਹੋ ਰਿਹਾ ਹੋਵੇ ਜਾਂ ਸਾਡੇ ਅੰਦਰ ਈਰਖਾ ਹੋਵੇ, ਉਸ ਮੌਕੇ ਤੇ ਕੀ ਸਾਡੇ ਅੰਦਰ ਗੁਰੂ ਕੀ ਮੂਰਤ ਵਸ ਸਕਦੀ? ਨਹੀਂ ਵਸ ਸਕਦੀ, ਸਵਾਲ ਹੀ ਨਹੀਂ ਪੈਦਾ ਹੁੰਦਾ। ਉਹਨੂੰ ਤਾਂ ਨੀਂਦ ਨਹੀਂ ਆਉਂਦੀ, ਰੋਟੀ ਨਹੀਂ ਚੰਗੀ ਲੱਗਦੀ। ਜੇ ਘਰ ਵਿੱਚ ਸੱਸ ਨੇ ਕਪੱਤ ਪਾਇਆ ਹੋਵੇ ਤਾਂ ਵੀ ਮੁਸ਼ਕਲ ਹੋ ਜਾਣੀ ਹੈ। ਜੇ ਨੂੰਹ ਨੇ ਸੱਸ ਨੂੰ ਤੰਗ ਕੀਤਾ ਤਾਂ ਵੀ ਮੁਸ਼ਕਲ ਹੋ ਜਾਣੀ ਹੈ, ਕਿਉਂਕਿ ਕਈ ਵਾਰੀ ਨੂੰਹਾਂ ਵੀ ਬੜੀਆਂ ਸਿਆਣੀਆਂ ਹੁੰਦੀਆਂ ਜਿਹੜੀਆਂ ਸੱਸ ਨੂੰ ਫੜ ਕੇ ਕੁੱਟ ਦਿੰਦੀਆਂ ਨੇ, ਤੇ ਫਿਰ ਆਖਣਾ ਸਾਡੀ ਨੂੰਹ ਮਾੜੀ ਹੈ। ਉਸ ਮੌਕੇ ਤੇ ਤੁਹਾਡੀ ਬਿਰਤੀ ਕਿੰਨੀ ਕੁ ਟਿਕੇਗੀ? ਵਿਚਾਰ ਕਰੋ। ਇਸ ਕਰਕੇ ਜਿਹੜੀਆਂ ਬੇਨਤੀਆਂ ਮੈਂ ਕਰ ਰਿਹਾ, ਮੈਂ ਮੁੱਢਲੀਆਂ ਗੱਲਾਂ ਕਰ ਰਿਹਾ, ਨੀਂਹ ਚੰਗੀ ਰੱਖੋ, ਉਸ ਤੋਂ ਬਾਅਦ ਫਿਰ ਜਿੱਥੇ ਮਰਜ਼ੀ ਉੱਪਰ ਪਹੁੰਚ ਜਾਓ। ਸੋ ਇਸ ਕਰਕੇ ਮੇਰੀ ਇਹਨਾਂ ਬੇਨਤੀਆਂ ਤੇ ਉਚੇਚਾ ਧਿਆਨ ਦਿਓ। ਆਪਣੇ ਘਰਾਂ ਦੇ ਝਗੜੇ ਜਿਹੜੇ ਨੇ ਉਹਨਾਂ ਨੂੰ ਸਮਾਪਤ ਕਰੋ। ਜਿੰਨਾ ਚਿਰ ਘਰਾਂ ਦੇ ਝਗੜੇ ਸਮਾਪਤ ਨਹੀਂ ਹੋਣਗੇ, ਉਹਨਾਂ ਚਿਰ ਅਸੀਂ ਅਰੋਗ ਵੀ ਨਹੀਂ ਹੋਵਾਂਗੇ। ਜਿੰਨਾ ਚਿਰ ਅਸੀਂ ਆਪਣੀਆਂ ਮਾੜੀਆਂ ਆਦਤਾਂ ਨਹੀਂ ਛੱਡਾਂਗੇ, ਔਗਣ ਨਹੀਂ ਤਿਆਗਾਂਗੇ, ਉਹਨਾਂ ਚਿਰ ਅਸੀਂ ਮਨ ਤਨ ਕਰਕੇ ਅਰੋਗ ਨਹੀਂ ਹੋਵਾਂਗੇ। ਜਿੰਨਾ ਚਿਰ ਅਰੋਗ ਨਹੀਂ ਹੋਵਾਂਗੇ, ਸਮਾਧੀ ਨਹੀਂ ਲੱਗੇਗੀ, ਗੁਰੂ ਕੀ ਮੂਰਤ ਅੰਦਰ ਕਿੱਥੋਂ ਵਸੇਗੀ? ਇਸ ਕਰਕੇ ਇਹਨਾਂ ਬੇਨਤੀਆਂ ਨੂੰ ਧਿਆਨ ਦਿਓ, ਔਰ ਜਿਨ੍ਹਾਂ ਨੂੰ ਸਮਾਧੀ ਲਾਉਣ ਦੀ ਬਹੁਤ ਜ਼ਿਆਦਾ ਇੱਛਾ ਜੀ ਕਰਦਾ, ਮੈਂ ਅੱਗੇ ਵੀ ਉਹਨਾਂ ਨੂੰ ਦੱਸਿਆ ਸੀ, ਅੱਜ ਫੇਰ ਬੇਨਤੀ ਕਰ ਦਿੰਦਾ ਕਿ ਪੰਜੇ ਗਿਆਨ ਇੰਦਰੇ ਸੰਕੋਚ ਕੇ ਸਮਾਧੀ ਲਾਈ ਜਾ ਸਕਦੀ ਹੈ, ਨਹੀਂ ਤੇ ਨਹੀਂ ਲੱਗ ਸਕਦੀ। ਉਹਨਾਂ ਚਿਰ ਬਿਰਤੀ ਇਕਾਗਰ ਹੋ ਹੀ ਨਹੀਂ ਸਕਦੀ ਜਿੰਨਾ ਚਿਰ ਪੰਜੇ ਗਿਆਨ ਇੰਦਰੇ ਕੰਮ ਕਰਦੇ ਨੇ। ਪੰਜੇ ਗਿਆਨ ਇੰਦਰੇ ਹੈਗੇ ਨੇ ਅੱਖਾਂ, ਨੱਕ, ਕੰਨ, ਜੀਭ ਅਤੇ ਚਮੜੀ। ਇਹ ਪੰਜੇ ਗਿਆਨ ਇੰਦਰੀਆਂ ਨੂੰ ਸੰਕੋਚ ਕੇ ਹੀ ਬਿਰਤੀ ਟਿਕਾਈ ਜਾ ਸਕਦੀ ਹੈ। ਦੂਸਰੀ ਗੱਲ, ਸੰਸਾਰਿਕ ਵਿਹਾਰਿਕ ਗ੍ਰਸਤੀ ਜੀਵਨ ਜਿਉਂਦਿਆਂ ਬਿਰਤੀ ਟਿਕਣੀ ਬਹੁਤ ਔਖੀ ਹੈ, ਅਤਿਅੰਤ ਔਖੀ ਹੈ। ਇਹ ਨਹੀਂ ਮੈਂ ਕਹਿੰਦਾ ਅਸੰਭਵ ਹੈ, ਪਰ ਕਰੀਬ ਕਰੀਬ ਅਸੰਭਵ ਵਰਗੀ ਗੱਲ। ਜਿਨ੍ਹਾਂ ਨੂੰ ਬਿਰਤੀ ਟਿਕਾਉਣ ਦੀ ਇੱਛਾ ਹੈ, ਉਹ ਵਿਹਾਰ ਕਰ ਘਟਾ ਦਿਓ ਨਾ, ਬਿਲਕੁਲ ਘਟਾ ਦਿਓ। ਮੋਬਾਈਲ ਫੋਨ ਦੇ ਵਿੱਚ WhatsApp, Facebook ਦੇ ਜਿਹੜੇ ਆਪਾਂ ਬਿਰਤੀ ਨੂੰ ਉਖਾੜਨ ਵਾਲੇ ਸਿਆਪੇ ਰੱਖੇ ਨੇ, ਉਹਨਾਂ ਨੂੰ ਛੁੱਟੀ ਕਰ ਦਿਓ। ਸਾਦਾ ਮੋਬਾਈਲ ਫੋਨ ਰੱਖ ਲਓ, ਉਹਨੂੰ ਸਵੇਰੇ ਸ਼ਾਮ ਕਦੀ ਖੋਲ ਲਿਆ ਅੱਧਾ ਘੰਟਾ, ਅੱਗੇ ਪਿੱਛੇ ਬੰਦ ਰੱਖੋ ਨਾ। ਦੇਖੋ ਤੁਹਾਡਾ ਕਿਵੇਂ ਮਨ ਸ਼ਾਂਤ ਹੁੰਦਾ। ਆਪਾਂ ਨੂੰ ਹੋਰ ਕੁਝ ਨਹੀਂ ਤਾਂ ਮੋਬਾਈਲ ਤੇ ਆਪਾਂ YouTube ਤੇ ਹੀ ਲੱਗ ਪੈਂਦੇ ਆ ਵੇਖਣ, ਕਦੀ Facebook ਖੋਲ ਲੈਂਦੇ ਆ। ਆਦਤ ਹੀ ਐਸੀ ਬਣਾ ਲਈ ਆਪਾਂ, ਸਾਨੂੰ Facebook ਵਾਲੇ ਮਜਬੂਰ ਨਹੀਂ ਕਰ ਸਕਦੇ। ਆਪਾਂ ਆਪਣੇ ਆਪ ਨੂੰ ਇੱਕ ਭੈੜੀ ਆਦਤ ਪਾ ਲਈਏ, ਹੋਰ ਕੁਝ ਨਹੀਂ। ਜੇ ਘਰੇ ਬੈਠੇ ਟੀਵੀ ਦਾ ਰਿਮੋਟ ਦੱਬਤਾ, ਜੋ ਆਉਂਦਾ ਉਹੀ ਵੇਖੀ ਜਾਣਾ, ਬਿਰਤੀ ਕਿੱਥੋਂ ਟਿਕੇਗੀ? ਕਿਉਂਕਿ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇੰਟਰਨੈਟ, ਮੋਬਾਈਲ ਫੋਨ, ਟੀਵੀ ਵਗੈਰਾ ਵਗੈਰਾ, ਘਰਾਂ ਦੇ ਝਗੜੇ, ਗ੍ਰਸਤੀ ਜੀਵਨ, ਪਰਿਵਾਰਕ ਕਲੇਸ਼, ਇਹ ਸਾਰੀਆਂ ਚੀਜ਼ਾਂ ਬਿਰਤੀ ਵਿਚਲਿਤ ਕਰਦੀਆਂ ਨੇ, ਉਖਾੜ ਦਿੰਦੀਆਂ ਨੇ ਲੱਗੀ ਹੋਈ ਬਿਰਤੀ। ਵਿਹਾਰਿਕ ਜੀਵਨ, ਗ੍ਰਸਤੀ ਜੀਵਨ, ਮੋਬਾਈਲ ਫੋਨ, ਕੋਈ ਕਿਸੇ ਤਰ੍ਹਾਂ ਦਾ ਵੀ ਫੋਨ ਹੈ, ਟੈਲੀਵਿਜ਼ਨ, ਇੰਟਰਨੈਟ, ਘਰਾਂ ਦੇ ਝਗੜੇ, ਕਲੇਸ਼, ਈਰਖਾ, ਨਫ਼ਰਤ ਆਦਿ, ਇਹ ਜਿੰਨੀਆਂ ਚੀਜ਼ਾਂ ਨੇ, ਇਹ ਸਾਰੀਆਂ ਬਿਰਤੀ ਉਖਾੜਨ ਵਿੱਚ ਸਹਾਇਕ ਹੁੰਦੀਆਂ ਨੇ, ਵਿਚਲਿਤ ਹੁੰਦੀਆਂ ਨੇ, ਟਿਕੀ ਬਿਰਤੀ ਨੂੰ ਵੀ ਉਖਾੜ ਦਿੰਦੀਆਂ ਨੇ।
ਇਸ ਕਰਕੇ ਜਿਨ੍ਹਾਂ ਨੂੰ ਬਿਰਤੀ ਟਿਕਾਉਣ ਦੀ ਇੱਛਾ ਹੈ, ਬਹੁਤ ਉੱਤਮ ਵਿਚਾਰ ਹੈ ਉਹਨਾਂ ਦਾ, ਬੜੀ ਵਧੀਆ ਇੱਛਾ। ਉਹਨਾਂ ਨੂੰ ਚਾਹੀਦਾ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਬਹੁਤ ਜ਼ਿਆਦਾ ਘਟਾ ਦੇਣ ਅਤੇ ਇਹਨਾਂ ਚੀਜ਼ਾਂ ਤੋਂ ਬਚਣ, ਤਾਂ ਹੀ ਬਿਰਤੀ ਟਿਕ ਸਕਦੀ ਹੈ। ਤੇ ਬਿਰਤੀ ਟਿਕੀ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਪੰਜੇ ਗਿਆਨ ਇੰਦਰੀ ਸੰਕੋਚੇ ਹੋਣ, ਵਿਹਾਰਿਕ ਕੰਮ ਕਾਰ ਗ੍ਰਸਤੀ ਜੀਵਨ ਦੇ ਝਮੇਲੇ ਅਤੇ ਆ ਫੇਸਬੁੱਕ ਵਟਸਐਪ ਵਗੈਰਾ ਜੋ ਵੀ ਮੁਸ਼ਕਲਾਂ ਸਿਆਪੇ ਹੈਗੇ ਨੇ, ਇਹਨਾਂ ਸਾਰਿਆਂ ਨੂੰ ਘਟਾਓ ਜਾਂ ਬੰਦ ਕਰ ਦਿਓ। ਜੇ ਬਿਰਤੀ ਟਿਕਾਉਣੀ ਹੈ ਦੇਖੋ, ਔਰ ਲੋਕਾਂ ਨਾਲ ਗੱਲਾਂ ਕਰਨੀਆਂ ਵੀ ਘੱਟ ਤੋਂ ਘੱਟ ਕਰੋ, ਕੇਵਲ ਤੇ ਕੇਵਲ ਆਪਣੇ ਮਤਲਬ ਦੀ ਗੱਲ ਕਰੋ, ਫਿਰ ਦੇਖੋ ਬਿਰਤੀ ਕਿਵੇਂ ਟਿਕਦੀ ਹੈ। ਹੁਣ ਤਾਂ ਆਪਾਂ ਜਦੋਂ ਕੋਈ ਕੰਮ ਨਹੀਂ ਹੁੰਦਾ ਉਦੋਂ ਵੈਸੇ ਹੀ ਫੋਨ ਘੁਮਾ ਦਈਦਾ, ਚੱਲ ਗੱਪਾਂ ਹੀ ਘੜੀ ਮਾਰ ਲਈਏ, ਜੀ ਨਹੀਂ ਲੱਗਦਾ। ਸੋ ਇਸ ਕਰਕੇ ਸਾਧ ਸੰਗਤ ਜੀ, ਮੈਂ ਜਿੰਨੀਆਂ ਬੇਨਤੀਆਂ ਕਰ ਰਿਹਾ ਉਹ ਆਪ ਜੀ ਦੀ ਬਿਰਤੀ ਟਿਕਾਉਣ ਵਾਸਤੇ ਕਰ ਰਿਹਾ। ਬਿਰਤੀ ਟਿਕੀ ਤੋਂ ਬਿਨਾਂ ਪ੍ਰਾਪਤੀ ਨਹੀਂ ਹੁੰਦੀ, ਅਤੇ ਜਿੰਨਾ ਚਿਰ ਕਲੇਸ਼ ਰਹਿੰਦਾ ਉਹਨਾਂ ਚਿਰ ਬਿਰਤੀ ਟਿਕਦੀ ਨਹੀਂ। ਸੋ ਇਸ ਕਰਕੇ ਮੇਰੀਆਂ ਬੇਨਤੀਆਂ ਨੂੰ ਆਪਣੇ ਅੰਦਰ ਥਾਂ ਦਿਓ ਅਤੇ ਇਸ ਵਿਸ਼ੇ ਨੂੰ ਵਾਧੂ ਨਾ ਸਮਝੋ। ਇਹ ਜੀਵਨ ਦੀ ਅਟੱਲ ਸੱਚਾਈ ਹੈ। ਆਪਣੇ ਲੜਕੇ ਲੜਕੀਆਂ ਨੂੰ ਚੰਗੀ ਸਿੱਖਿਆ ਦਿਓ ਕਿ ਤੁਸੀਂ ਪਰਿਵਾਰ ਵਿੱਚ ਕਲੇਸ਼ ਕਿਵੇਂ ਨਹੀਂ ਹੋਣ ਦੇਣੇ, ਅਤੇ ਜੇ ਕਲੇਸ਼ ਪੈਂਦਾ ਤਾਂ ਉਹਨੂੰ ਮੁਕਾਉਣਾ ਕਿਵੇਂ ਹੈ। ਕਲੇਸ਼ ਪੈਂਦਾ ਕਿਉਂ ਹੈ, ਫਿਰ ਉਹਨੂੰ ਮੁਕਾਉਣਾ ਕਿਵੇਂ ਹੈ। ਇਹ ਜਾਚਾਂ ਆਪ ਵੀ ਸਿੱਖੋ, ਅੱਗੋਂ ਆਪਣੇ ਬੱਚਿਆਂ ਨੂੰ ਸਿਖਾਓ, ਵਿਆਹਿਆਂ ਨੂੰ ਜਾਂ ਵਿਆਹੁਣ ਵਾਲਿਆਂ ਨੂੰ ਵੀ ਸਿਖਾਓ, ਤੇ ਉਹਨਾਂ ਨੂੰ ਕਹੋ ਕਿ ਵਿਚਾਰਵਾਨ ਬਣੋ, ਬੈਠ ਕੇ ਦੋਵੇਂ ਜੀ ਆਪਸ ਸੋਚੋ ਕਿ ਸਾਡਾ ਝਗੜਾ ਕਿਉਂ ਹੁੰਦਾ ਹੈ ਅਤੇ ਉਹਨੂੰ ਮੁਕਾਉਣਾ ਤੇ ਕਿਵੇਂ ਮੁਕਾਉਣਾ। ਇਹ ਕਰਕੇ ਦੇਖੋ, ਤੁਹਾਡੀ ਵੀ ਮਾਪਿਆਂ ਦੀ ਵੀ ਬਿਰਤੀ ਟਿਕੇਗੀ, ਬੱਚਿਆਂ ਦੀ ਵੀ ਟਿਕੇਗੀ। ਜਿੰਨਾ ਚਿਰ ਜੁੱਤੀਓ ਜੁੱਤੀ ਗਾਲੋ ਗਾਲੀ ਹੁੰਦੇ ਰਹੇ, ਕੇਸੋ ਕੇਸੀ ਤਲਾਕੋ ਤਲਾਕੀ, ਉਹਨਾਂ ਚਿਰ ਬਿਰਤੀ ਨਹੀਂ ਟਿਕ ਸਕਦੀ। ਜਿੰਨੀਆਂ ਮਰਜ਼ੀ ਟੱਕਰਾਂ ਮਾਰੀ ਜਾਓ। ਇਹਨਾਂ ਸ਼ਬਦਾਂ ਨਾਲ ਹੀ ਸਮਾਪਤ ਕਰਦਾ। ਸਤਿ ਸ੍ਰੀ ਅਕਾਲ।